ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿਨ ਗਲ ਤਾਗ। ਤਿਨ ਘਰ ਬ੍ਰਾਹਮਣ ਪੂਰਹਿ ਨਾਦ, ਉਨਾ ਪੇ ਆਵਹਿ ਓਈ ਸਾਧ। ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰਹਿ ਆਹਾਰ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਾ ਭਰਪੂਰ। ਮੱਥੈ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ। ਨੀਲ ਵਸਤਰ ਪਹਿਰ ਹੋਵਹਿ ਪ੍ਰਵਾਨ, ਮਲੇਛ ਧਾਨ ਲੈ ਪੂਜਹਿ ਪੁਰਾਣ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨਾ ਜਾਣਾ। ਦੇ ਕੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜਿਆਰ। ਮਤ ਪਿਟੈ ਬੇਮਤ ਪਿਟੈ, ਇਹ ਅੰਨ ਅਸਾਡਾ ਫਿਟੈ। ਤਨ ਫਿਟੈ ਫੇੜ ਕਰੇਨ, ਮਨ ਜੂਠੈ ਚੁਲੀ ਭਰੇਨ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਦੀ ਸਾਜੀ ਨਿਵਾਜੀ ਗੁਰਸਿੱਖ ਸਾਧ ਸੰਗਤ ਜੀ, ਆਪ ਜੀ ਪ੍ਰਚਾਰਕ ਸੁਚੇਤਨਾ ਸਥਾਨ ਚੈਨਲ ਤੋਂ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਆਸਾ ਕੀ ਵਾਰ ਦੀ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਅਸੀਂ ਨੰਬਰ 16 ਦੀ ਪੌੜੀ ਦੇ ਨਾਲ ਜੋ 2 ਸ਼ਲੋਕ ਹਨ, ਉਸ ਵਿੱਚੋਂ ਦੂਸਰੇ ਸ਼ਲੋਕ ਨਾਲ ਸਾਂਝ ਪਾਵਾਂਗੇ। ਪਹਿਲੇ ਸ਼ਲੋਕ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। ਜਿਸ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਸ ਸ਼ਲੋਕ ਦੀ ਵਿਚਾਰ ਕਰਨੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਦੋਹਾਂ ਸ਼ਲੋਕਾਂ ਵਿੱਚ ਉਹਨਾਂ ਅਖੌਤੀ ਧਰਮੀਆਂ ਦੀ ਗੱਲ ਕੀਤੀ ਹੈ, ਜਿਹੜੇ ਬਾਹਰੋਂ ਧਾਰਮਿਕ ਰਸਮੋ ਰਿਵਾਜ ਨਿਭਾਉਂਦੇ ਹਨ, ਧਾਰਮਿਕ ਮਰਜ਼ਾਦਾ ਕਰਦੇ ਹੋਏ ਨਿਭਾਉਂਦੇ ਹੋਏ ਦਿਸਦੇ ਹਨ, ਪਰ ਧਰਮੀ ਨਹੀਂ ਹਨ। ਉਹਨਾਂ ਦੀ ਅਸਲੀਅਤ ਵਿੱਚ, ਸੱਚਾਈ ਵਿੱਚ ਜ਼ਿੰਦਗੀ ਕੋਈ ਹੋਰ ਹੈ, ਦਿਖਾਵੇ ਦੀ ਜ਼ਿੰਦਗੀ ਕੋਈ ਹੋਰ ਹੈ। ਉਹ ਲੋਕ ਆਪਣੀ ਰੋਜੀ ਰੋਟੀ ਵਾਸਤੇ, ਆਪਣੀ ਹੋਂਦ ਬਣਾਈ ਰੱਖਣ ਵਾਸਤੇ, ਆਪਣਾ ਸਤਿਕਾਰ ਮਾਣ ਬਣਾਈ ਰੱਖਣ ਵਾਸਤੇ ਆਪਣੀ ਆਤਮਾ ਦਾ ਸੰਘਾਰ ਕਰ ਚੁੱਕੇ ਹਨ। ਉਹ ਅੰਤਰਾਤਮੇ ਮਰੇ ਹੋਏ ਲੋਕ ਹਨ। ਬਾਹਰੋਂ ਧਰਮੀ ਨੇ, ਪਰ ਧਰਮੀ ਹੈ ਨਹੀਂ। ਧਰਮੀ ਦੀ ਅਸਲ ਵਿਆਖਿਆ ਹੁੰਦੀ ਹੈ ਜੋ ਮਨੁੱਖ ਅੰਦਰੋਂ ਜਿਉਂਦਾ ਹੈ, ਜੋ ਅੰਤਰਾਤਮੇ ਤੋਂ ਜਿਉਂਦਾ ਹੈ, ਜੋ ਅੰਤਰਾਤਮੇ ਤੋਂ ਧਰਮ ਨਿਭਾਉਂਦਾ ਹੈ, ਜੋ ਕਰਦਾ ਦਿਸਦਾ ਹੈ, ਅਸਲੀਅਤ ਵਿੱਚ ਵੀ ਸੱਚਾਈ ਵਿੱਚ ਵੀ ਉਹੀ ਹੈ। ਉਹ ਆਪਣੇ ਧਰਮ ਦੇ ਬਦਲੇ ਆਪਣਾ ਸਿਰ ਤੇ ਦੇ ਸਕਦਾ ਹੈ, ਪਰ
ਆਪਣੀ ਜ਼ਮੀਰ ਵੇਚ ਨਹੀਂ ਸਕਦਾ। ਉਹ ਆਪਣੇ ਅੰਤਰਾਤਮੇ ਦੀ ਆਵਾਜ਼ ਨੂੰ ਮਾਰ ਨਹੀਂ ਸਕਦਾ। ਉਹ ਧਰਮੀ ਹੈ ਜਿਹੜਾ ਆਪਣਾ ਧਰਮ ਨਿਭਾਉਣ ਦੀ ਖਾਤਰ ਬੰਦ ਕਟਵਾ ਸਕਦਾ, ਖੋਪਰ ਉਤਰਾ ਸਕਦਾ, ਚਰਖੀਆਂ ਤੇ ਚੜ੍ਹ ਸਕਦਾ, ਨੀਹਾਂ ਵਿੱਚ ਖੜ ਸਕਦਾ, ਤੱਤੀ ਤਵੀ ਤੇ ਬੈਠ ਸਕਦਾ, ਪਰਿਵਾਰ ਤੱਕ ਵਾਰ ਸਕਦਾ। ਉਹ ਧਰਮੀ ਹੈ। ਧਰਮੀ ਉਹ ਨਹੀਂ ਜਿਹੜਾ ਵਕਤ ਦੀ ਜ਼ਾਲਮ ਹਕੂਮਤ ਤੋਂ ਡਰਦਾ ਹੋਇਆ ਉਸ ਦੇ ਪੈਰਾਂ ਵਿੱਚ ਜਾ ਬੈਠੇ, ਵਕਤ ਦੀ ਹਕੂਮਤ ਦੇ ਅੱਗੇ ਆਪਣਾ ਸਿਰ ਝੁਕਾਉਂਦਾ ਫਿਰੇ, ਵਕਤ ਦੀ ਜ਼ਾਲਮ ਸਰਕਾਰ ਦੇ ਅੱਗੇ ਝੁਕ ਜਾਵੇ। ਉਹ ਧਰਮੀ ਨਹੀਂ ਹੋ ਸਕਦਾ। ਉਹ ਦਿਖਾਵੇ ਦਾ ਧਰਮੀ ਹੋ ਸਕਦਾ, ਪਖੰਡੀ ਹੋ ਸਕਦਾ, ਪਰ ਧਰਮੀ ਨਹੀਂ ਹੋ ਸਕਦਾ। ਸਤਿਗੁਰੂ ਜੀ ਨੇ ਇਹਨਾਂ 2 ਸ਼ਲੋਕਾਂ ਵਿੱਚ ਇਹੀ ਵਿਆਖਿਆ ਸਮਝਾਈ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਪਹਿਲੇ ਸ਼ਲੋਕ ਵਿੱਚ ਇਹੋ ਜਿਹੇ ਅਖੌਤੇ ਧਰਮੀਆਂ ਨੂੰ ਕਿਹਾ, ਛੋਡੀ ਲੈ ਪਾਖੰਡਾ, ਇਹ ਪਖੰਡ ਛੱਡ ਦਿਓ। ਇਹ ਧਰਮ ਦਾ ਪਖੰਡ ਕਿਉਂ ਕਰਦੇ ਹੋ ਤੁਸੀਂ? ਕਿਉਂਕਿ ਧਰਮ ਉਦੋਂ ਪਖੰਡ ਬਣਦਾ ਹੈ ਜਦੋਂ ਸਿਰਫ ਦਿਖਾਵੇ ਦਾ ਧਰਮ ਰਹਿ ਜਾਂਦਾ ਹੈ। ਜਦੋਂ ਸਿਰਫ ਦਿਖਾਵਾ ਮਤ ਰਹਿ ਜਾਂਦਾ ਹੈ, ਉਦੋਂ ਇਹ ਧਰਮ ਪਖੰਡ ਬਣ ਜਾਂਦਾ ਹੈ। ਸਤਿਗੁਰੂ ਜੀ ਨੇ ਪਖੰਡ ਨੂੰ ਗੁਰਬਾਣੀ ਦੇ ਵਿੱਚ ਬਿਲਕੁਲ ਨਿਖੇਧਿਆ ਹੈ। ਮਹਾਰਾਜ ਨੇ ਬਾਣੀ ਵਿੱਚ ਪਖੰਡ ਨੂੰ ਬਿਲਕੁਲ ਨਕਾਰਿਆ ਹੈ। ਸਤਿਗੁਰੂ ਜੀ ਨੇ ਬੜੇ ਸੁੰਦਰ ਵਚਨ ਕਹੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰਿਆਰੇ। ਕਿਉਂਕਿ ਮਨੁੱਖ ਲੋਭ ਦੀ ਖਾਤਰ ਹੀ ਪਖੰਡ ਕਰਦਾ ਹੈ। ਮਾਣ ਪ੍ਰਤਿਸ਼ਠਾ ਦਾ ਲੋਭ, ਸਤਕਾਰ ਮਾਣ ਬਣਾਈ ਰੱਖਣ ਦਾ ਲੋਭ, ਕੁਰਸੀ ਦਾ ਲੋਭ, ਚੌਧਰ ਦਾ ਲੋਭ, ਪੈਸੇ ਦਾ ਲੋਭ। ਇਹ ਜਿਹੜਾ ਲੋਭ ਹੈ, ਬਸ ਇਹ ਮਨੁੱਖ ਨੂੰ ਪਖੰਡ ਕਰਨ ਤੇ ਮਜਬੂਰ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਨੇ, ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੇ, ਜਮਕਾਲ ਖੜਾ ਸਿਰ ਮਾਰੇ। ਪਖੰਡ ਦਾ ਸਰੂਪ ਹੀ ਇਹ ਹੈ ਕਿ ਦਿਸਣਾ ਕੁਛ ਹੋਰ, ਅਸਲੀਅਤ ਵਿੱਚ ਕੁਛ ਹੋਰ ਹੋਣਾ। ਪਖੰਡ ਦੇ ਸੰਬੰਧ ਵਿੱਚ ਕਈ ਬਚਨ ਮਹਾਰਾਜ ਨੇ ਬਾਣੀ ਵਿੱਚ ਬਖਸ਼ਿਸ਼ ਕੀਤੇ ਹਨ। ਭਗਤ ਕਬੀਰ ਜੀ ਕਿਰਪਾ ਕਰਕੇ ਸਮਝਾਉਂਦੇ ਹਨ, ਕਬੀਰ ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ, ਦਿਸੈ ਚੰਚਲ ਬਹੁਗੁਣਾ, ਮਤ ਹੀਨਾ ਨਾ ਪਾਕ। ਬਾਬਾ ਸ਼ੇਖ ਫਰੀਦ ਜੀ ਵੀ ਕਿਰਪਾ ਕਰਦੇ ਨੇ। ਫਰੀਦਾ ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ ਗੁੜ ਬਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਵਿੱਚ ਇੰਨਾ ਖੁੱਲ੍ਹ ਕੇ ਖੁਲਾਸਾ ਕੀਤਾ ਹੈ ਕਿ ਸਾਨੂੰ ਪਖੰਡ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਸਮਝ ਪੈ ਸਕਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਜਾਤ ਮਨੁੱਖ ਦੀ ਹੈ, ਭਾਵ ਮਨੁੱਖ ਸ਼੍ਰੇਣੀ ਵਿੱਚੋਂ ਜੰਮਿਆ ਹੈ, ਪਰ ਕੰਮ ਪਸ਼ੂਆਂ ਵਾਲੇ ਹਨ। ਉਂਝ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੇ ਕਛ ਕਰੈ ਛਪਾਇਆ। ਬਾਹਰ ਸਰੀਰ ਉੱਤੇ ਧਾਰਮਿਕ ਪੁਸ਼ਾਕ ਹੈ, ਪਰ ਮਨ ਵਿੱਚ ਮਾਇਆ ਦੀ ਮੈਲ ਹੈ। ਬਾਹਰਲੇ ਭੇਖ ਨਾਲ ਛਪਾਉਣ ਦਾ ਯਤਨ ਕੀਤਿਆਂ ਮਨ ਦੀ ਮੈਲ ਲੁਕਦੀ ਨਹੀਂ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਬਾਹਰ ਵਿਖਾਵੇ ਵਾਸਤੇ ਤੀਰਥ ਇਸ਼ਨਾਨ ਤੇ ਗਿਆਨ ਦੀਆਂ ਗੱਲਾਂ ਤੇ ਸਮਾਧੀਆਂ ਵੀ ਲਾਉਂਦਾ ਹੈ, ਪਰ ਮਨ ਵਿੱਚ ਲੋਭ ਰੂਪ ਕੁੱਤਾ ਜ਼ੋਰ ਪਾ ਰਿਹਾ ਹੈ। ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰਾਇਆ ਥਾ। ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਬਾਹਰ ਸਰੀਰ ਸੁਆਹ ਨਾਲ ਲਿਬੇੜਿਆ ਹੋਇਆ ਹੈ। ਜੇ ਗਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਅਥਾਹ ਸੰਸਾਰ ਸਮੁੰਦਰ ਨੂੰ ਜੀਵ ਕਿਵੇਂ ਤਰੇ। ਭਾਵ ਪਖੰਡ
ਇੱਕ ਗਲ ਦਾ ਪੱਥਰ ਹੈ। ਇਹ ਪਖੰਡ ਦਾ ਪੱਥਰ ਗਲ ਨਾਲ ਬੰਨ੍ਹ ਕੇ ਅਸੀਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਧ। ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਵਸਦਾ ਹੈ, ਜਿਹਦੇ ਅੰਦਰ ਪਰਮੇਸ਼ਰ ਵਾਹਿਗੁਰੂ ਆ ਵਸਦਾ ਹੈ, ਗੁਰੂ ਜੀ ਕਹਿੰਦੇ ਨੇ ਉਹ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ। ਇਸ ਲਈ ਪਖੰਡ ਤੋਂ ਬਚਣਾ ਹੈ। ਪਖੰਡ ਸਾਨੂੰ ਕਿਸੇ ਬੰਨੇ ਕੰਢੇ ਲੱਗਣ ਹੀ ਨਹੀਂ ਦੇਵੇਗਾ। ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਅੱਜ ਸਾਨੂੰ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ ਨੇ, ਇਹ ਉਹਨਾਂ ਪਖੰਡੀਆਂ ਦੇ ਨੇ ਜਿਹੜੇ ਪਖੰਡੀ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਪਰ ਉਹ ਵੇਲੇ ਦੀਆਂ ਜ਼ਾਲਮ ਸਰਕਾਰਾਂ ਦੇ ਅੱਗੇ ਝੁਕੇ ਹੋਏ ਨੇ। ਸੱਚੇ ਪਾਤਸ਼ਾਹ ਜੀ ਦੇ ਬਚਨ ਨੇ। ਮਹੱਲਾ ਪਹਿਲਾ। ਮਾਣ ਸਖਾਣੇ ਕਰਹਿ ਨਿਵਾਜ। ਮਾਣ ਸਖਾਣੇ ਮਨੁੱਖਾਂ ਨੂੰ ਖਾਣ ਵਾਲੇ, ਵੱਡੀ ਖੋਰ, ਕਰਹਿ ਨਿਵਾਜ ਨਮਾਜ਼ ਪੜ੍ਹਦੇ ਹਨ। ਕਿਉਂਕਿ ਵੱਡੀ ਖਾਣੀ, ਰਿਸ਼ਵਤ ਖਾਣੀ, ਇਹ ਮਨੁੱਖ ਨੂੰ ਹੀ ਖਾਣਾ ਹੈ। ਇਹ ਮਨੁੱਖ ਨੂੰ ਖਾਣ ਦੇ ਸਮਾਨ ਹੈ ਜੋ ਵੱਡੀ ਖਾਣੀ ਹੈ। ਮਹਾਰਾਜ ਕਹਿੰਦੇ ਨੇ, ਕਾਜੀ ਤੇ ਮੁਸਲਮਾਨ ਹਾਕਮ ਹਨ ਤਾਂ ਵੱਡੀ ਖੋਰੇ, ਪਰ ਪੜ੍ਹਦੇ ਹਨ ਨਮਾਜ਼ਾਂ। ਛੁਰੀ ਵਗਾਇਨ ਤਿੰਨ ਗਲ ਤਾਗ। ਛੁਰੀ ਵਗਾਇਨ, ਜੋ ਲੋਕ ਛੁਰੀ ਚਲਾਉਂਦੇ ਹਨ, ਭਾਵ ਜ਼ੁਲਮ ਕਰਦੇ ਹਨ। ਤਾਗ ਜੰਝੂ ਜਨੇਊ। ਹਜ਼ੂਰ ਕਹਿੰਦੇ ਨੇ, ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤਰੀ ਹਨ ਜੋ ਛੁਰੀ ਚਲਾਉਂਦੇ ਹਨ, ਭਾਵ ਗਰੀਬਾਂ ਉੱਤੇ ਜ਼ੁਲਮ ਕਰਦੇ ਹਨ, ਪਰ ਉਹਨਾਂ ਦੇ ਗਲ ਵਿੱਚ ਜਨੇਊ ਹਨ। ਅਰਥਾਤ ਵੱਡੀ ਖੋਰੇ ਉਹ ਇਸਲਾਮਕ ਕਾਜੀ ਹਾਕਮ, ਉਹ ਨਮਾਜ਼ਾਂ ਪੜ੍ਹਦੇ ਨੇ, 5 ਨਮਾਜ਼ੀ, ਪਰ ਵੱਡੀ ਖਾਂਦੇ ਨੇ, ਰਿਸ਼ਵਤਾਂ ਖਾਂਦੇ ਨੇ, ਲੋਕਾਂ ਦੇ ਉੱਪਰ ਜ਼ੁਲਮ ਕਰਦੇ ਨੇ, ਪਰਜਾ ਦੇ ਉੱਪਰ ਜ਼ੁਲਮ ਕਰਦੇ ਨੇ। ਤੇ ਅੱਗੇ ਜਿਹੜੇ ਮੁਨਸ਼ੀ ਰੱਖੇ ਹੋਏ ਨੇ, ਦਫ਼ਤਰੀ ਕੰਮ ਕਰਨ ਵਾਲੇ, ਉਹ ਖੱਤਰੀ ਨੇ, ਕਿਉਂਕਿ ਖੱਤਰੀ ਜ਼ਿਆਦਾ ਕਰਕੇ ਪੜ੍ਹੇ ਲਿਖੇ ਹੁੰਦੇ ਸਨ, ਇਸ ਲਈ ਉਹਨਾਂ ਨੂੰ ਜ਼ਿਆਦਾ ਦਫ਼ਤਰੀ ਕੰਮ ਦੇ ਵਿੱਚ ਰੱਖਿਆ ਹੁੰਦਾ ਸੀ। ਲੇਕਿਨ ਉਹਨਾਂ ਦੇ ਹੱਥ ਵਿੱਚ ਛੁਰੀ ਹੈ, ਲੋਹੇ ਦੀ ਛੁਰੀ ਨਹੀਂ, ਕਲਮ ਦੀ ਛੁਰੀ। ਉਹਨਾਂ ਦੇ ਕੋਲ ਕਲਮ ਦੀ ਛੁਰੀ ਹੈ, ਗਲ ਵਿੱਚ ਜਨੇਊ ਹੈ, ਪਰ ਹੱਥ ਵਿੱਚ ਕਲਮ ਦੀ ਛੁਰੀ। ਉਹ ਕਲਮ ਨੂੰ ਫੇਰਦੇ ਨੇ, ਚਲਾਉਂਦੇ ਨੇ, ਕਿਹਦੇ ਵਾਸਤੇ? ਜ਼ੁਲਮ ਕਰਨ ਵਾਸਤੇ। ਉਹ ਛੁਰੀ ਲੋਹੇ ਦੀ ਨਹੀਂ, ਕਲਮ ਦੀ ਛੁਰੀ। ਕਿਉਂਕਿ ਜਿਹੜਾ ਜ਼ੁਲਮ ਕਲਮ ਦੀ ਛੁਰੀ ਨਾਲ ਹੋ ਸਕਦਾ, ਉਹ ਲੋਹੇ ਦੀ ਛੁਰੀ ਨਾਲ ਨਹੀਂ ਹੋ ਸਕਦਾ। ਇਹ ਗਲ ਵਿੱਚ ਜਨੇਊ ਧਾਰੀ ਮਾਨੋ ਹੱਥ ਵਿੱਚ ਕਲਮ ਦੀ ਛੁਰੀ ਫੜ ਕੇ ਲੋਕਾਂ ਦੇ ਉੱਪਰ ਜ਼ੁਲਮ ਕਰਦੇ ਹਨ। 3 ਘਰ ਬ੍ਰਾਹਮਣ ਪੂਰ ਹੈ ਨਾਦ। 3 ਘਰ ਉਹਨਾਂ ਖੱਤਰੀਆਂ ਦੇ ਘਰਾਂ ਵਿੱਚ ਪੂਰ ਹੈ ਨਾਦ, ਨਾਦ ਪੂਰਦੇ ਹਨ, ਸ਼ੰਖ ਵਜਾਉਂਦੇ ਹਨ। ਮਹਾਰਾਜ ਕਹਿੰਦੇ ਨੇ, ਇਹਨਾਂ ਜ਼ਾਲਮ ਖੱਤਰੀਆਂ ਦੇ ਘਰ ਵਿੱਚ ਬ੍ਰਾਹਮਣ ਜਾ ਕੇ ਸ਼ੰਖ ਵਜਾਉਂਦੇ ਹਨ, ਭਾਵ ਜਿਹੜੇ ਬ੍ਰਾਹਮਣ ਨੇ ਉਹ ਵੀ ਇਹਨਾਂ ਖੱਤਰੀਆਂ ਦੇ ਘਰ ਜਾ ਕੇ ਹੀ ਦਸਤਕ ਦਿੰਦੇ ਹਨ, ਇਹਨਾਂ ਦੇ ਅੱਗੇ ਜਾ ਕੇ ਝੁਕਦੇ ਹਨ। ਕਿਉਂਕਿ ਬ੍ਰਾਹਮਣ ਖੱਤਰੀਆਂ ਤੋਂ ਉੱਚੇ ਹੁੰਦੇ ਹਨ। ਬ੍ਰਾਹਮਣ ਵਰਨ ਖੱਤਰੀਆਂ ਤੋਂ ਉੱਚਾ ਵਰਨ ਹੈ, ਪਰ ਇਹ ਬ੍ਰਾਹਮਣ ਆਪਣੀ ਉਚਾਈ, ਆਪਣਾ ਮਾਣ ਪ੍ਰਤਿਸ਼ਠਾ ਛੱਡ ਕੇ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਨੇ, ਹੁਣ ਉਹਨਾਂ ਦੇ ਘਰ ਜਾ ਕੇ ਸ਼ੰਖ ਪੂਰਦੇ ਨੇ, ਉਹਨਾਂ ਦੇ ਘਰ ਜਾ ਕੇ ਹੀ ਦਸਤਕ ਦਿੰਦੇ ਨੇ, ਉਹਨਾਂ ਦੇ ਅੱਗੇ ਜਾ ਕੇ ਹੀ ਨਿਭਦੇ ਨੇ, ਉਹਨਾਂ ਦੇ ਘਰ ਜਾ ਕੇ ਹੀ ਉਹਨਾਂ ਨੂੰ ਸਲਾਮਾਂ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਉਹਨਾਂ ਪੇ ਆਪ ਹੈ ਉਹੀ ਸਾਧ। ਉਹਨਾਂ ਪੇ, ਉਹਨਾਂ ਬ੍ਰਾਹਮਣਾਂ ਨੂੰ ਵੀ ਆਪ ਹੈ ਉਹੀ ਸਾਧ, ਉਹੀ ਸਵਾਦ ਆਉਂਦੇ ਹਨ, ਭਾਵ ਜੋ ਕੁਝ ਜੋ ਖੱਤਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸਵਾਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ, ਭਾਵ ਤਾਂ ਤੇ ਉਹਨਾਂ ਬ੍ਰਾਹਮਣਾਂ ਨੂੰ ਵੀ ਉਹਨਾਂ ਹੀ ਪਦਾਰਥਾਂ ਦੇ ਸਵਾਦ ਆਉਂਦੇ ਹਨ, ਭਾਵ ਉਹ ਬ੍ਰਾਹਮਣ ਵੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ। ਕਹਿਣ ਤੋਂ ਮੁਰਾਦ ਸਤਿਗੁਰੂ ਜੀ ਹੀ ਸਮਝਾਉਂਦੇ ਨੇ ਕਿ ਵਕਤ ਦੀ ਜਿਹੜੀ ਜ਼ਾਲਮ ਸਰਕਾਰ ਹੈ, ਕਿਉਂਕਿ ਉਸ ਵੇਲੇ ਮੁਗਲੀਆ ਸਰਕਾਰ ਦਾ ਜੋ ਸਾਡੇ ਦੇਸ਼ ਦੇ ਉੱਤੇ ਕਬਜ਼ਾ ਸੀ, ਇਸਲਾਮਕ ਕਬਜ਼ਾ ਸੀ, ਸੋ ਉਹਨਾਂ ਦੇ ਅੱਗੇ ਜੋ ਖੱਤਰੀ ਨੇ ਉਹ ਹੁਣ ਕਲਮ ਦੀ ਛੁਰੀ ਵਗਾ ਕੇ ਲੋਕਾਂ 'ਤੇ ਜ਼ੁਲਮ ਕਰਦੇ ਨੇ। ਅਤੇ ਜਿਹੜੇ ਬ੍ਰਾਹਮਣ, ਜਿਹੜੇ ਵੇਦ ਪਾਠੀ ਸਨ, ਜਿਹੜੇ ਵੱਡੇ ਗਿਆਨੀ ਸਨ, ਜਿਨ੍ਹਾਂ ਨੇ ਵਕਤ ਦੀ ਜ਼ਾਲਮ ਸਰਕਾਰ ਨੂੰ ਜਗਾਉਣਾ ਸੀ, ਉਹ
ਜਗਾਉਣ ਦੀ ਬਜਾਏ ਸਗੋਂ ਖੁਦ ਉਹਨਾਂ ਦੇ ਅੱਗੇ ਜਾ ਕੇ ਝੁਕ ਗਏ ਨੇ, ਉਹਨਾਂ ਦੇ ਅੱਗੇ ਜਾ ਕੇ ਨਿਭ ਗਏ ਨੇ। ਉਹਨਾਂ ਨੂੰ ਵੀ ਉਹੀ ਰਿਸ਼ਵਤ ਦਾ ਸਵਾਦ ਆਉਣ ਲੱਗ ਪਿਆ ਹੈ। ਉਹਨਾਂ ਨੂੰ ਵੀ ਉਸ ਪਾਪ ਦੀ ਕਮਾਈ ਖਾਣ ਦਾ ਸਵਾਦ ਆਉਣ ਲੱਗ ਪਿਆ ਹੈ। ਉਹਨਾਂ ਨੇ ਉਹਨਾਂ ਨੂੰ ਸਮਝਾਉਣਾ ਤੇ ਕੀ ਸੀ, ਉਲਟਾ ਉਹਨਾਂ ਦੇ ਨਾਲ ਹੀ ਰਲ ਗਏ ਨੇ। ਮਹਾਰਾਜ ਕਹਿੰਦੇ ਨੇ, ਕੂੜੀ ਰਾਸ ਕੂੜਾ ਵਪਾਰ। ਇਹਨਾਂ ਲੋਕਾਂ ਦੀ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ ਇਹ ਵਪਾਰ ਹੈ। ਕੂੜ ਬੋਲ ਕਰਹਿ ਆਹਾਰ, ਕਰਹਿ ਆਹਾਰ। ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜੀ ਕਮਾਉਂਦੇ ਹਨ। ਭਾਵ ਝੂਠ ਬੋਲ ਬੋਲ ਕੇ ਹੀ ਇਹ ਰੋਜੀ ਕਮਾਉਂਦੇ ਹਨ। ਭਾਵ ਇਹ ਤਿੰਨੋਂ ਹੀ ਵਕਤ ਦੀ ਜ਼ਾਲਮ ਸਰਕਾਰ ਵੀ, ਖੱਤਰੀ ਵੀ, ਬ੍ਰਾਹਮਣ ਵੀ, ਸਭ ਝੂਠ ਦੇ ਆਸਰੇ ਹੀ ਹੋ ਗਏ ਹਨ। ਗੁਰੂ ਜੀ ਕਹਿੰਦੇ ਨੇ, ਸ਼ਰਮ ਧਰਮ ਕਾ ਡੇਰਾ ਦੂਰ। ਸ਼ਰਮ, ਲੱਜਾ, ਹਯਾ। ਹੁਣ ਸ਼ਰਮ ਤੇ ਧਰਮ ਦੀ ਸਭਾ ਉੱਠ ਗਈ ਹੈ। ਭਾਵ ਇਹ ਲੋਕ ਨਾ ਆਪਣੀ ਸ਼ਰਮ ਹਿਆ ਦਾ ਖਿਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ। ਸ਼ਰਮ ਧਰਮ ਇਹਨਾਂ ਦੇ ਅੰਦਰ ਉੱਠ ਗਿਆ ਹੈ। ਇਹਨਾਂ ਨੂੰ ਕੋਈ ਸ਼ਰਮ ਨਹੀਂ। ਵੱਡੀ ਖਾਂਦਿਆਂ ਨੂੰ, ਰਿਸ਼ਵਤ ਲੈਂਦਿਆਂ ਨੂੰ ਕੋਈ ਸ਼ਰਮ ਨਹੀਂ। ਇਹਨਾਂ ਦੇ ਕੋਲ ਸ਼ਰਮ ਨਾਂ ਦੀ ਕੋਈ ਚੀਜ਼ ਰਹਿ ਹੀ ਨਹੀਂ ਗਈ। ਇਹਨਾਂ ਦਾ ਜਿਹੜਾ ਅਸਲੀ ਧਰਮ ਸੀ, ਜਾਗਦੀ ਜ਼ਮੀਰ ਵਾਲਾ ਧਰਮ ਸੀ, ਉਹ ਵੀ ਖਤਮ ਹੋ ਗਿਆ। ਨਾਨਕ ਕੂੜ ਰਿਹਾ ਭਰਪੂਰ। ਹੇ ਨਾਨਕ, ਸਭ ਥਾਈਂ ਝੂਠ ਹੀ ਪ੍ਰਧਾਨ ਹੋ ਰਿਹਾ। ਭਾਵ ਕੂੜ ਹੀ ਕੂੜ ਫੈਲ ਗਿਆ ਹੈ। ਸਭ ਪਾਸੇ ਝੂਠ ਹੀ ਝੂਠ, ਸੱਚਾਈ ਖਤਮ ਹੀ ਹੋ ਗਈ ਹੈ। ਤੋ ਸਤਿਗੁਰੂ ਜੀ ਹੁਣ ਇਹਨਾਂ ਖੱਤਰੀਆਂ ਦੀ ਪੋਲ ਚੰਗੀ ਤਰ੍ਹਾਂ ਖੋਲ੍ਹਦੇ ਨੇ। ਇਹ ਜਿਹੜੇ ਆਪਣੇ ਆਪ ਨੂੰ ਦਿਖਾਵੇ ਦੇ ਧਰਮੀ ਬਣੀ ਫਿਰਦੇ ਨੇ। ਮਹਾਰਾਜ ਕਹਿੰਦੇ ਨੇ, ਮੱਥਾ ਟਿੱਕਾ ਤੇੜ ਧੋਤੀ ਕਖਾਈ ਗੇਰੂ ਰੰਗ ਵਾਲੀ। ਇਹ ਖੱਤਰੀ ਮੱਥੇ ਉੱਤੇ ਟਿੱਕਾ ਲਾਉਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ ਬੰਨ੍ਹਦੇ ਹਨ। ਹੱਥ ਛੁਰੀ, ਜਗਤ ਕਾ ਸਾਈ, ਜਗਤ ਕਾ ਸਾਈ, ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵਸ ਲੱਗਿਆ ਜ਼ੁਲਮ ਕਰਨ ਵਾਲਾ। ਮਹਾਰਾਜ ਕਹਿੰਦੇ ਨੇ, ਹੱਥ ਵਿੱਚ ਮਾਨੋ ਛੁਰੀ ਫੜੀ ਹੋਈ ਹੈ ਤੇ ਵਸ ਲੱਗਦਿਆਂ ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ। ਇਹ ਖੱਤਰੀਆਂ ਦੀ ਹਾਲਤ ਹੈ। ਇਸ ਤੋਂ ਅੱਗੇ ਮਹਾਰਾਜ ਇਸਲਾਮਿਕ ਧਰਮੀ ਜਿਹੜੇ ਨੇ, ਕਾਜੀ ਆਦਿਕ ਜਿਹੜੇ ਨੇ, ਉਹਨਾਂ ਦੀ ਹਾਲਤ ਦੱਸਦੇ ਨੇ। ਫੈਸਲਾ ਸੁਣਾਉਣ ਵਾਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹਨਾਂ ਦੇ ਅੱਗੇ ਇਹ ਕਿਸ ਤਰ੍ਹਾਂ ਪ੍ਰਵਾਨ ਚੜ੍ਹਦੇ ਨੇ। ਇਹ ਖੱਤਰੀ ਲੋਕ ਜਿਹੜੇ ਆਪਣੇ ਆਪ ਨੂੰ ਸਨਾਤਨੀ ਕਹਾਉਂਦੇ ਨੇ, ਜਿਹੜੇ ਆਪਣੇ ਆਪ ਨੂੰ ਬਹੁਤ ਧਰਮ ਦੇ ਵਿੱਚ ਪ੍ਰਪੱਕ ਕਹਾਉਂਦੇ ਨੇ, ਇਹ ਉਹਨਾਂ ਜ਼ਾਲਮ ਹਕੂਮਤ ਦੇ ਆਗੂਆਂ ਦੇ ਅੱਗੇ ਕਿਵੇਂ ਪ੍ਰਵਾਨ ਚੜ੍ਹਦੇ ਨੇ, ਸਤਿਗੁਰੂ ਨਾਨਕ ਪਾਤਸ਼ਾਹ ਜੀ ਸਮਝਾ ਰਹੇ ਹਨ। ਮਹਾਰਾਜ ਕਹਿੰਦੇ ਹਨ, ਨੀਲ ਵਸਤਰ ਪਹਿਰ ਹੋਵਹਿ ਪ੍ਰਵਾਨ, ਹੋਵਹਿ ਪ੍ਰਵਾਨ, ਕਬੂਲ ਹੁੰਦੇ ਹਨ। ਭਾਵ ਮੁਲਾਜ਼ਮਤ ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ, ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ। ਅਰਥਾਤ ਗੁਰੂ ਜੀ ਕਹਿੰਦੇ ਨੇ, ਨੀਲੇ ਰੰਗ ਦੇ ਕੱਪੜੇ ਪਾ ਕੇ ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ। ਅਰਥਾਤ ਇਹ ਸਨਾਤਨੀਏ, ਇਹ ਜਨੇਊ ਧਾਰੀ, ਇਹ ਅਖੌਤੀ ਧਰਮੀ, ਇੱਥੋਂ ਤੱਕ ਇਹਨਾਂ ਦੀ ਜ਼ਮੀਰ ਮਰ ਚੁੱਕੀ ਹੈ ਕਿ ਉਹਨਾਂ ਜ਼ਾਲਮਾਂ ਦੇ ਅੱਗੇ ਪੇਸ਼ ਹੋਣ ਵੇਲੇ ਆਪਣਾ ਪਹਿਰਾਵਾ ਤੱਕ ਨਹੀਂ ਰੱਖ ਸਕਦੇ। ਉਹ ਵੀ ਇਹਨਾਂ ਨੂੰ ਬਦਲਣਾ ਪੈਂਦਾ ਹੈ। ਮਲੇਛ ਧਾਨ ਲੈ ਪੂਜ ਹੈ ਪੁਰਾਣ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਹਜ਼ੂਰ ਕਹਿੰਦੇ ਨੇ, ਲੈ ਕੇ ਭਾਵ ਰੋਜੀ ਉਹਨਾਂ ਪਾਸੋਂ ਲੈਂਦੇ ਹਨ ਜਿਨ੍ਹਾਂ ਨੂੰ ਮਲੇਛ ਆਖਦੇ ਹਨ। ਪੂਜਾ ਪੁਰਾਣ, ਪੁਰਾਣ ਨੂੰ ਪੂਜਦੇ ਹਨ, ਪੜ੍ਹਦੇ ਹਨ। ਅਰਥਾਤ ਜਿਨ੍ਹਾਂ ਨੂੰ ਮਲੇਛ ਆਖਦੇ ਹਨ, ਉਹਨਾਂ ਹੀ ਪਾਸੋਂ ਰੋਜੀ ਲੈਂਦੇ ਹਨ ਤੇ ਫਿਰ ਵੀ ਪੁਰਾਣ ਨੂੰ ਪੂਜਦੇ ਹਨ। ਭਾਵ ਫਿਰ ਵੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ। ਭਾਵ ਇੱਥੋਂ ਤੱਕ ਇਹਨਾਂ ਦੀ ਆਤਮਾ ਮਰ ਚੁੱਕੀ ਹੈ। ਇਹ ਬਾਹਰੋਂ ਪੁਰਾਣ ਪੜ੍ਹਦੇ ਨੇ, ਲੇਕਿਨ ਅੰਦਰੋਂ ਇਹ ਜ਼ਾਲਮ ਸਰਕਾਰ ਦੇ ਅੱਗੇ ਨਿਭ ਚੁੱਕੇ ਨੇ, ਉਹਨਾਂ ਦੇ ਅੱਗੇ ਵਿਕ ਚੁੱਕੇ ਨੇ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ। ਅਭਾਖਿਆ ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ, ਭਾਵ ਕਲਮਾ ਪੜ੍ਹ ਕੇ ਕੁੱਠਾ ਹਲਾਲ ਕੀਤਾ ਹੋਇਆ ਖਾਣਾ, ਖੁਰਾਕ। ਹਜ਼ੂਰ ਕਹਿੰਦੇ ਨੇ, ਇੱਥੇ ਬਸ ਨਹੀਂ, ਖੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ। ਭਾਵ ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ। ਇਹ ਆਪਣੀ ਮਰਜ਼ੀ ਦੀ ਖੁਰਾਕ ਵੀ ਨਹੀਂ ਖਾ ਸਕਦੇ।
ਇਹਨਾਂ ਦਾ ਖਾਣਾ ਵੀ ਗੁਲਾਮ ਖਾਣਾ ਹੈ, ਇਹਨਾਂ ਦਾ ਪਹਿਨਣਾ ਵੀ ਗੁਲਾਮ ਪਹਿਨਣਾ ਹੈ। ਇੱਥੋਂ ਤੱਕ ਅੰਦਰੋਂ ਮਰ ਚੁੱਕੇ ਹਨ। ਪਰ ਇਹਦੇ ਉਲਟ ਚੌਕੇ ਉੱਪਰ ਕਿਸੇ ਨਾ ਜਾਣਾ, ਪਰ ਆਖਦੇ ਹਨ ਕਿ ਸਾਡੇ ਚੌਂਕੇ ਉੱਤੇ ਕੋਈ ਹੋਰ ਮਨੁੱਖ ਨਾ ਚੜ੍ਹੇ। ਦੇ ਕੇ ਚੌਂਕਾ ਕੱਢੀ ਕਾਰ, ਚੌਂਕਾ ਬਣਾ ਕੇ ਦੁਆਲੇ ਲਕੀਰਾਂ ਕੱਢਦੇ ਹਨ। ਉੱਪਰ ਆਏ ਬੈਠੇ ਕੂੜਿਆਰ। ਪਰ ਇਸ ਚੌਂਕੇ ਵਿੱਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ, ਭਾਵ ਆਪ ਤੇ ਝੂਠੇ ਹਨ, ਤੇ ਦੂਸਰਿਆਂ ਨੂੰ ਕਹਿੰਦੇ ਨੇ ਸਾਡੇ ਚੌਂਕੇ ਤੇ ਨਾ ਕਿਤੇ ਆ ਚੜਿਓ, ਸਾਡਾ ਚੌਂਕਾ ਪਿੱਟਿਆ ਜਾਵੇਗਾ। ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਲੋਕਾਂ ਨੂੰ ਕਹਿੰਦੇ ਨੇ ਮਤ ਪਿੱਟੈ, ਵੇ ਮਤ ਪਿੱਟੈ, ਮਤ ਪਿੱਟੈ, ਮਤਾਂ ਪਿੱਟਿਆ ਜਾਏ। ਹੋਰਨਾਂ ਨੂੰ ਆਖਦੇ ਹਨ ਸਾਡੇ ਚੌਂਕੇ ਦੇ ਨੇੜੇ ਨਾ ਆਉਣਾ, ਕਿਤੇ ਚੌਂਕਾ ਪਿੱਟਿਆ ਨਾ ਜਾਏ। ਇਹੋ ਅੰਨ ਸਾਡਾ ਫਿੱਟੈ ਖਰਾਬ ਹੋ ਜਾਏ, ਅਤੇ ਸਾਡਾ ਅੰਨ ਖਰਾਬ ਨਾ ਹੋ ਜਾਏ। ਮਹਾਰਾਜ ਕਹਿੰਦੇ ਨੇ ਆਪ ਉਹਨਾਂ ਜ਼ਾਲਮ ਹਾਕਮਾਂ ਦੇ ਅੱਗੇ ਝੁਕ ਚੁੱਕੇ ਨੇ। ਉਹਨਾਂ ਦੇ ਅੱਗੇ ਜਾਣ ਵਾਸਤੇ ਆਪਣੇ ਤਨ ਦਾ ਭੇਖ ਤੱਕ ਨਹੀਂ ਰੱਖ ਸਕਦੇ, ਆਪਣਾ ਧਾਰਮਿਕ ਲਿਬਾਸ ਤੱਕ ਨਹੀਂ ਰੱਖ ਸਕਦੇ, ਉਹ ਵੀ ਬਦਲਣਾ ਪੈਂਦਾ ਹੈ। ਆਪਣੀ ਖੁਰਾਕ ਤੱਕ ਨਹੀਂ ਖਾ ਸਕਦੇ, ਉਹ ਵੀ ਉਹਨਾਂ ਦੇ ਅਨੁਸਾਰ ਤਿਆਰ ਕੀਤੀ ਹੋਈ ਖੁਰਾਕ ਖਾਂਦੇ ਨੇ। ਪਰ ਪਖੰਡ ਬਾਹਰੋਂ ਇੱਦਾਂ ਕਰਦੇ ਨੇ ਕਿ ਸਾਡੇ ਚੌਂਕੇ ਤੇ ਨਾ ਜਾਣਾ, ਸਾਡਾ ਚੌਂਕਾ ਸੁੱਚਾ ਜੀ। ਤਨ ਫਿੱਟੈ ਫੇੜ ਕਰੇ, ਤਨ ਫਿੱਟੈ, ਫਿੱਟੇ ਹੋਏ ਸਰੀਰ ਨਾਲ, ਗੰਦੇ ਸਰੀਰ ਨਾਲ। ਪਰ ਆਪ ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕਰਮ ਕਰਦੇ ਹਨ। ਮਨ ਝੂਠੈ ਚੁਲੀ ਭਰੇਨ, ਅਤੇ ਝੂਠੇ ਮਨ ਨਾਲ ਹੀ, ਭਾਵ ਮਨ ਤਾਂ ਅੰਦਰੋਂ ਮਲੀਨ ਹੈ, ਚੁਲੀਆਂ ਕਰਦੇ ਹਨ। ਜਿਸ ਤਰ੍ਹਾਂ ਚੁਲੀਆਂ ਲੈਣੀਆਂ ਇੱਕ ਮਰਜ਼ਾਦਾ ਇਹਨਾਂ ਦੀ। ਮਹਾਰਾਜ ਕਹਿੰਦੇ ਨੇ ਮਨ ਤੇ ਝੂਠਾ ਹੈ, ਅੰਦਰ ਤੇ ਤੁਹਾਡੇ ਪਖੰਡ ਹੈ, ਅੰਦਰ ਤੇ ਤੁਹਾਡੀ ਸੱਚਾਈ ਹੈ ਕੋਈ ਨਹੀਂ। ਬਾਹਰੋਂ ਤੁਸੀਂ ਚੁਲੀਆਂ ਲੈਣ ਵਾਸਤੇ ਸੁਚਮਤਾ ਦਾ ਪਖੰਡ ਪੈ ਕਰਦੇ ਹੋ। ਆਖਰੀ 2 ਤੁਕਾਂ ਵਿੱਚ ਮਹਾਰਾਜ ਸਾਰਾ ਸਿਧਾਂਤ ਸਮਝਾਉਂਦੇ ਹਨ। ਕਹੋ ਨਾਨਕ ਸੱਚ ਧਿਆਈ ਹੈ, ਨਾਨਕ ਆਖਦਾ ਹੈ ਪ੍ਰਭੂ ਨੂੰ ਧਿਆਣਾ ਚਾਹੀਦਾ ਹੈ। ਸੁੱਚ ਹੋਵੇ ਤਾਂ ਸੱਚ ਪਾਈਐ, ਸੁੱਚ ਪਵਿੱਤਰਤਾ ਹੋਵੇ ਤਾਂ ਤਦੋਂ ਹੁੰਦੀ ਹੈ। ਤਾਂ ਹੀ ਸੁੱਚ ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਾਏ। ਭਾਵ ਜੇ ਅਸੀਂ ਸੱਚ ਨਾਲ ਨਹੀਂ ਜੁੜੇ, ਉਸ ਪ੍ਰਮਾਤਮਾ ਨਾਲ ਅੰਦਰੋਂ ਨਹੀਂ ਜੁੜੇ, ਤਾਂ ਅਸੀਂ ਬਾਹਰ ਜੋ ਵੀ ਕਰਦੇ ਹਾਂ ਇਹ ਸਭ ਪਖੰਡ ਹੈ, ਇਹ ਸਭ ਪਖੰਡ ਹੈ। ਅੰਦਰ ਸਾਡੇ ਸੱਚਾਈ ਕੋਈ ਨਹੀਂ, ਅੰਦਰ ਸਾਡੇ ਉਸ ਪ੍ਰਮਾਤਮਾ ਦਾ ਪਿਆਰ ਕੋਈ ਨਹੀਂ, ਅੰਦਰ ਸਾਡੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੀ ਲਗਨ ਕੋਈ ਨਹੀਂ। ਬਾਹਰੋਂ ਅਸੀਂ ਧਰਮ ਕਰਮ ਕਰਦੇ ਫਿਰਦੇ ਹਾਂ, ਅੰਦਰੋਂ ਅਸੀਂ ਜ਼ਾਲਮ ਸਰਕਾਰਾਂ ਦੇ ਅੱਗੇ ਝੁਕੇ ਹੋਏ ਹਾਂ, ਅੰਦਰੋਂ ਅਸੀਂ ਜ਼ਾਲਮ ਸਰਕਾਰਾਂ ਦੇ ਅੱਗੇ ਨਿਵੇ ਹੋਏ ਹਾਂ, ਉਹਨਾਂ ਤੋਂ ਡਰੇ ਹੋਏ ਹਾਂ। ਅਸੀਂ ਉਹਨਾਂ ਦੇ ਅਨੁਸਾਰ ਪਹਿਰਾਵਾ ਪਹਿਨਦੇ ਹਾਂ, ਉਹਨਾਂ ਦੇ ਅਨੁਸਾਰ ਖਾਣਾ ਖਾਂਦੇ ਹਾਂ, ਉਹਨਾਂ ਦੀ ਅਸੀਂ ਬੋਲੀ ਬੋਲਦੇ ਹਾਂ, ਅਤੇ ਬਾਹਰੋਂ ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਫਿਰਦੇ ਹਾਂ। ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਉਹ ਸੱਚ ਸਰੂਪ ਪਰਮੇਸ਼ਰ ਨੂੰ ਵਸਾਓ, ਆਪਣੇ ਅੰਦਰ ਸੱਚਾਈ ਨੂੰ ਪੈਦਾ ਕਰੋ, ਬਾਹਰੋਂ ਪਖੰਡ ਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।